ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ਾਰਟ ਜੋ ਤੁਹਾਡੇ ਕੁਐਸਚਨ ਬਣਦੇ ਆ ਜੀ ਉਹਨਾਂ ਦੇ ਬਾਰੇ ਵਿੱਚ ਦੱਸ ਰਹੀ ਹਾਂ ਜੀ। ਜੋ ਟੀਚਿੰਗ ਸਬਜੈਕਟ ਹੈ ਜੀ ਪੈਡਾਗੋਜੀ ਆਫ ਸੋਸ਼ਲ ਸਟੱਡੀ, ਜਿਹੜੇ ਵੀ ਸਟੂਡੈਂਟਸ ਬੀਐਡ ਕਰ ਰਹੇ ਆ ਜੀ ਜਰਨਲ ਫਸਟ ਸਮੈਸਟਰ ਦੇ ਵਿੱਚ ਹੈ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਉਹਨਾਂ ਦੇ ਸਿਲੇਬਸ ਮੁਤਾਬਕ ਮੈਂ ਤੁਹਾਨੂੰ ਜਿਹੜੇ ਦੱਸ ਰਹੀ ਹਾਂ ਜੀ ਤੁਹਾਡੇ ਸ਼ਾਰਟ ਕੁਐਸਚਨ ਕਿਹੜੇ ਬਣਨਗੇ ਜੀ ਤੁਹਾਡੇ ਸਿਲੇਬਸ ਦੇ ਅਕੋਰਡਿੰਗ, ਜੋ ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਜਿਹੜੇ ਪੁੱਛੇ ਜਾ ਸਕਦੇ ਨੇ। ਕਿਹੜੇ ਬਣਦੇ ਆ ਜੀ ਮੈਂ ਤੁਹਾਨੂੰ ਯੂਨਿਟ ਵਾਈਜ਼ ਜ਼ਰੂਰ ਦੱਸਾਂਗੀ ਜੀ। ਤੇ ਤੁਹਾਨੂੰ ਪਤਾ ਹੀ ਹੈ ਜੀ ਨੋਟਸ ਤੇ ਵੀਡੀਓਜ਼ ਬਣੀਆਂ ਹੋਈਆਂ ਨੇ, ਪਲੇਲਿਸਟ ਬਣੀਆਂ ਹੋਈਆਂ ਨੇ, ਹਰ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਪੂਰੀ ਡਿਟੇਲ ਦੇ ਵਿੱਚ ਸਮਝਾ ਕੇ। ਨੋਟਸ ਲੈਣੇ, ਨੋਟਸ ਵੀ ਤੁਹਾਨੂੰ ਮਿਲ ਜਾਂਦੇ ਨੇ, ਤੁਹਾਡੀਆਂ ਪ੍ਰੈਕਟੀਕਲ ਫਾਈਲਸ, ਤੁਹਾਨੂੰ ਹਰ ਇੱਕ ਵੀਡੀਓ, ਹਰ ਇੱਕ ਚੀਜ਼ ਜਿਹੜੀ ਮੈਂ ਪ੍ਰੋਵਾਈਡ ਕਰਵਾ ਰਹੀ ਹਾਂ, ਤੁਹਾਨੂੰ ਟਿਪਸ ਪ੍ਰੋਵਾਈਡ ਕਰਵਾ ਰਹੀ ਹਾਂ, ਬਹੁਤ ਕੁਝ ਪ੍ਰੋਵਾਈਡ ਕਰਵਾ ਰਹੀ ਹਾਂ ਜੀ। ਸੋ ਪੈਡਾਗੋਜੀ ਆਫ ਸੋਸ਼ਲ ਸਟੱਡੀਜ਼ ਦੇ ਆਪਾਂ ਸ਼ਾਰਟ ਕੁਐਸਚਨ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ ਜੀ। ਯੂਨਿਟ 1 ਦਾ A ਪਾਰਟ ਹੈ ਜੀ, ਕਿਹੜੇ ਕੁਐਸਚਨ ਬਣਦੇ ਜੀ ਆਪਾਂ ਉਹ ਗੱਲ ਕਰਾਂਗੇ। ਬਟ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਜੀ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਹੜਾ ਲਾਈਕ ਹੈ ਜੀ ਉਹ ਤੁਸੀਂ ਜ਼ਰੂਰ ਕਰਨਾ ਜੀ, ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਜੀ। ਠੀਕ ਹੈ। ਸੋ ਯੂਨਿਟ 1 ਦਾ A ਪਾਰਟ ਹੈ ਜੀ, ਇਹਦੇ ਵਿੱਚ ਕਿਹੜੇ ਕੁਐਸਚਨ ਬਣਦੇ ਜੀ ਤੁਹਾਡੇ। ਕਨਸੈਪਟ ਆਫ ਸੋਸ਼ਲ ਸਟੱਡੀ ਬਣੇਗਾ ਜੀ ਤੁਹਾਡਾ ਟੌਪਿਕ। ਸਕੋਪ ਆਫ ਸੋਸ਼ਲ ਸਟੱਡੀਜ਼ ਬਣੇਗਾ। ਨੇਚਰ ਆਫ ਸੋਸ਼ਲ ਸਟੱਡੀਜ਼ ਬਣੇਗਾ ਤੇ ਡਿਫਰੈਂਸ ਬਿਟਵੀਨ ਸੋਸ਼ਲ ਸਾਇੰਸ ਐਂਡ ਸੋਸ਼ਲ ਸਟੱਡੀਜ਼ ਬਣੇਗਾ। ਠੀਕ ਹੈ। ਸੋ ਕਨਸੈਪਟ ਪੁੱਛਿਆ ਜਾ ਸਕਦਾ ਜੀ ਸੋਸ਼ਲ ਸਟੱਡੀ ਦਾ, ਸਕੋਪ ਪੁੱਛਿਆ ਜਾ ਸਕਦਾ, ਨੇਚਰ ਪੁੱਛਿਆ ਜਾ ਸਕਦਾ ਤੇ ਡਿਫਰੈਂਸ ਜਾਂ ਸਿਮਿਲੈਰਿਟੀਜ਼ ਪੁੱਛੀਆਂ ਜਾ ਸਕਦੀਆਂ ਸੋਸ਼ਲ ਸਾਇੰਸ ਤੇ ਸੋਸ਼ਲ ਸਟੱਡੀਜ਼ ਦੀਆਂ। ਇਹ ਵਾਲੇ ਜੇਕਰ ਮੈਂ ਗੱਲ ਕਰਾਂ ਤਾਂ ਯੂਨਿਟ 1 ਦੇ A ਪਾਰਟ ਦੇ ਵਿੱਚੋਂ ਤੁਹਾਡੇ 4 ਕੁਐਸਚਨ ਹੀ ਬਣਦੇ ਆ, ਇਸ ਤੋਂ ਇਲਾਵਾ ਕੋਈ ਨਹੀਂ ਬਣਦਾ। ਆ ਜਾਓਗੇ ਯੂਨਿਟ 1 ਦਾ B ਪਾਰਟ ਦੇ ਵਿੱਚ ਕਿਹੜੇ ਕੁਐਸਚਨ ਬਣਦੇ ਆ ਜੀ। ਕੋਰਿਲੇਸ਼ਨ ਆਫ ਸੋਸ਼ਲ ਸਾਇੰਸ ਵਿਦ ਕੋਰਿਲੇਸ਼ਨ ਆਫ ਸੋਸ਼ਲ ਸਟੱਡੀਜ਼ ਵਿਦ ਸੋਸ਼ਲ ਸਾਇੰਸ। ਸੋਸ਼ਲ ਸਟੱਡੀ ਦਾ ਕੀ ਸੰਬੰਧ ਹੈ ਜੀ ਸੋਸ਼ਲ ਸਾਇੰਸ ਦੇ ਨਾਲ, 2 ਨੰਬਰ ਦੇ ਲਈ ਪੁੱਛਿਆ ਜਾ ਸਕਦਾ। ਤੇ ਇਹਦੇ ਵਿੱਚ ਕੀ ਹੁੰਦਾ ਜੀ 2 ਮਾਰਕਸ ਦੇ ਜੋ ਆਨਸਰ ਲਿਖਣੇ ਹੁੰਦੇ ਆ ਤੁਸੀਂ, ਇੰਪੋਰਟੈਂਟ ਜੋ ਗੱਲਾਂ ਹੁੰਦੀਆਂ ਨੇ, ਇੰਪੋਰਟੈਂਟ ਜੋ ਪੁਆਇੰਟ ਹੁੰਦੇ ਨੇ, ਠੀਕ ਆ, ਉਹਨਾਂ ਪੁਆਇੰਟਸ ਨੂੰ ਤੁਸੀਂ ਲਿਖਣਾ ਹੁੰਦਾ ਹੈ। ਠੀਕ ਹੈ। ਜ਼ਿਆਦਾ ਲੈਂਥ ਨਹੀਂ ਹੁੰਦੀ, ਬਸ ਹਾਫ ਜਿਹਾ ਲਿਖ ਦਿਓ ਜਿੰਨੀ ਤੁਹਾਡੀ ਸ਼ੀਟ ਹੈ, ਜੇ ਜਿਵੇਂ ਵੀ ਤੁਸੀਂ ਆਪਦਾ ਅਟੈਂਪਟ ਕਰਨਾ ਚਾਹੁੰਦੇ ਆਪਣੇ ਅਕੋਰਡਿੰਗ ਦੇਖ ਲਓ ਤਾਂ। ਬਟ ਜ਼ਿਆਦਾ ਲੰਬਾ ਨਹੀਂ ਕਿ ਬੱਚੇ 2 ਪੇਜਾਂ ਦਾ ਲਿਖ ਦਿੰਦੇ ਆ ਤਾਂ ਉਹਦਾ ਕੀ ਫਾਇਦਾ ਹੈ। 2 ਮਾਰਕਸ ਦਾ ਤਾਂ ਹੈਗਾ ਆਨਸਰ, ਤਾਂ ਉਹਨਾਂ ਆਪਦੇ ਲੌਂਗ ਕੁਐਸਚਨ 'ਤੇ ਜ਼ੋਰ ਲਗਾ ਲਿਓ। ਸੋ ਕੋਰਿਲੇਸ਼ਨ ਆਫ ਸੋਸ਼ਲ ਸਟੱਡੀ ਵਿਦ ਸੋਸ਼ਲ ਸਾਇੰਸ ਪੁੱਛਿਆ ਜਾ ਸਕਦਾ ਜੀ। ਨੈਕਸਟ ਪੁੱਛਿਆ ਜਾ ਸਕਦਾ ਜੀ ਕੋਰਿਲੇਸ਼ਨ ਆਫ ਸੋਸ਼ਲ ਸਟੱਡੀ ਵਿਦ ਲੈਂਗੁਏਜ ਦੇ ਨਾਲ, ਜਿਹੜਾ ਕੀ ਕੋਰਿਲੇਸ਼ਨ ਹੈ ਜੀ ਸੋਸ਼ਲ ਸਟੱਡੀ ਦਾ। ਥਰਡ ਪੁੱਛਿਆ ਜਾ ਸਕਦਾ ਜੀ ਕੋਰਿਲੇਸ਼ਨ ਆਫ ਸੋਸ਼ਲ ਸਟੱਡੀਜ਼ ਵਿਦ ਮੈਥੇਮੈਟਿਕਸ, ਮੈਥੇਮੈਟਿਕਸ ਦੇ ਨਾਲ ਸੋਸ਼ਲ ਸਟੱਡੀਜ਼ ਦਾ ਕੀ ਕੋਰਿਲੇਸ਼ਨ ਹੈ ਜੀ। ਨੈਕਸਟ ਜੀ ਕੋਰਿਲੇਸ਼ਨ ਆਫ ਸੋਸ਼ਲ ਸਟੱਡੀਜ਼ ਵਿਦ ਆਰਟ, ਆਰਟ ਦੇ ਨਾਲ ਕੀ ਸੰਬੰਧ ਹੈ ਜੀ ਸੋਸ਼ਲ ਸਟੱਡੀ ਦਾ। ਨੈਕਸਟ ਆ ਗਿਆ ਜੀ ਕੋਰਿਲੇਸ਼ਨ ਆਫ ਸੋਸ਼ਲ ਸਟੱਡੀਜ਼ ਵਿਦ ਸਾਇੰਸ, ਸਾਇੰਸ ਦੇ ਨਾਲ ਕੀ ਸੰਬੰਧ ਹੈ ਜੀ ਸੋਸ਼ਲ ਸਟੱਡੀਜ਼ ਦਾ। ਠੀਕ ਹੈ। ਇਹ ਵਾਲੇ ਜਿਹੜੇ 5 ਕੁਐਸਚਨ ਹੀ ਜਿਹੜੇ ਤੁਹਾਡੇ ਬਣਦੇ ਆ ਜੀ ਯੂਨਿਟ 1 ਦੇ B ਪਾਰਟ ਦੇ ਵਿੱਚੋਂ। ਠੀਕ ਹੈ ਜੀ। ਨੈਕਸਟ ਆ ਜਾਓ ਜੀ ਯੂਨਿਟ 1 ਦੇ C ਪਾਰਟ ਦੇ ਵਿੱਚ ਕਿਹੜੇ ਤੁਹਾਡੇ ਪ੍ਰਸ਼ਨ ਬਣਦੇ ਆ ਜੀ। ਬਲੂਮਜ਼ ਟੈਕਸੋਨੋਮੀ, ਏਮਜ਼ ਆਫ ਟੀਚਿੰਗ ਸਕੂਲ ਸਟੱਡੀਜ਼। ਸੋ ਏਮਜ਼ ਆਫ ਟੀਚਿੰਗ ਸਕੂਲ ਸਟੱਡੀਜ਼ ਬਣਦਾ ਜੀ ਤੁਹਾਡਾ। ਆਬਜੈਕਟਿਵਜ਼ ਆਫ ਟੀਚਿੰਗ ਬਣਦਾ ਜੀ ਸੋਸ਼ਲ ਸਟੱਡੀ, ਆਬਜੈਕਟਿਵ ਆਫ ਟੀਚਿੰਗ ਸੋਸ਼ਲ ਸਟੱਡੀ, ਜਿਹਦੇ ਵਿੱਚ ਤੁਹਾਨੂੰ ਜਿਹੜੇ ਏਮਜ਼ ਆ ਜੀ ਉਹ ਮਿਡਲ ਲੈਵਲ 'ਤੇ ਵੀ ਪੁੱਛੇ ਜਾ ਸਕਦੇ ਆ। ਏਮਜ਼ ਤੇ ਆਬਜੈਕਟਿਵ ਮਿਡਲ ਲੈਵਲ 'ਤੇ ਪੁੱਛੇ ਜਾ ਸਕਦੇ ਆ ਤੇ ਸੈਕੰਡਰੀ ਲੈਵਲ 'ਤੇ ਵੀ ਪੁੱਛੇ ਜਾ ਸਕਦੇ ਆ। ਸੋ ਯੂਨਿਟ 1 ਦੇ C ਪਾਰਟ ਦੇ ਵਿੱਚੋਂ ਤੁਹਾਨੂੰ ਬਲੂਮ ਦੀ ਟੈਕਸੋਨੋਮੀ ਪੁੱਛੀ ਜਾ ਸਕਦੀ ਹੈ। ਏਮਜ਼ ਪੁੱਛੇ ਜਾ ਸਕਦੇ ਆ ਜੀ ਤੁਹਾਨੂੰ ਸੋਸ਼ਲ ਸਟੱਡੀ ਦੇ, ਉਹ ਮਿਡਲ ਲੈਵਲ 'ਤੇ ਵੀ ਪੁੱਛੇ ਜਾ ਸਕਦੇ ਆ, ਸੈਕੰਡਰੀ ਲੈਵਲ 'ਤੇ ਵੀ ਪੁੱਛੇ ਜਾ ਸਕਦੇ ਆ। ਆਬਜੈਕਟਿਵਜ਼ ਆਫ ਟੀਚਿੰਗ ਸੋਸ਼ਲ ਸਟੱਡੀ ਦਾ ਮਿਡਲ ਲੈਵਲ 'ਤੇ ਪੁੱਛਿਆ ਜਾ ਸਕਦਾ ਤੇ ਸੈਕੰਡਰੀ ਲੈਵਲ 'ਤੇ ਵੀ ਪੁੱਛਿਆ ਜਾ ਸਕਦਾ। ਸੋ ਯੂਨਿਟ 2 ਦੇ A ਪਾਰਟ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਆ ਜੀ। ਲੈਕਚਰ ਮੈਥਡ ਪੁੱਛਿਆ ਜਾ ਸਕਦਾ ਜੀ ਤੁਹਾਨੂੰ, ਡਿਸਕਸ਼ਨ ਮੈਥਡ ਪੁੱਛਿਆ ਜਾ ਸਕਦਾ, ਪ੍ਰੋਬਲਮ ਸੋਲਵਿੰਗ ਮੈਥਡ ਪੁੱਛਿਆ ਜਾ ਸਕਦਾ, ਪ੍ਰੋਜੈਕਟ ਮੈਥਡ ਤੁਹਾਨੂੰ ਪੁੱਛਿਆ ਜਾ ਸਕਦਾ ਜੀ। ਸੋ ਇਹ ਪ੍ਰੋਜੈਕਟ ਮੈਥਡ ਇੱਥੋਂ ਜਿਹੜਾ ਤੁਹਾਡਾ ਯੂਨਿਟ 2 ਦਾ B ਪਾਰਟ ਸਟਾਰਟ ਹੋ ਗਿਆ
ਤੇ ਜੇਕਰ ਮੈਂ ਤੁਹਾਡੀ ਯੂਨਿਟ ਸੈਕੰਡ ਦੇ ਇਹ ਪਾਰਟ ਦੀ ਗੱਲ ਕਰਾਂ ਤਾਂ ਇਹ 3 ਹੀ ਪ੍ਰਸ਼ਨ ਬਣਦੇ ਆ ਜੀ। ਲੈਕਚਰ ਮੈਥਡ ਦਾ ਬਾਰੇ ਵਿੱਚ ਲਿਖਣਾ ਹੋਊਗਾ ਤੁਸੀਂ, ਡਿਸਕਸ਼ਨ ਮੈਥਡ ਤੇ ਪ੍ਰੋਬਲਮ ਸੋਲਵਿੰਗ ਮੈਥਡ ਦੇ ਬਾਰੇ ਦੇ ਵਿੱਚ। ਅੱਗੋਂ ਤੁਹਾਡਾ ਯੂਨਿਟ ਇਹ 3 ਹੀ ਬਣਦੇ ਆ ਜੀ ਯੂਨਿਟ ਸੈਕੰਡ ਦੇ ਏ ਪਾਰਟ ਦੇ ਵਿੱਚ। ਤੇ ਯੂਨਿਟ ਸੈਕੰਡ ਦੇ ਬੀ ਪਾਰਟ ਦੇ ਵਿੱਚ ਤੁਹਾਡਾ ਬਣਦਾ ਜੀ ਪ੍ਰੋਜੈਕਟ ਮੈਥਡ, ਪ੍ਰੋਜੈਕਟ ਮੈਥਡ ਬਣੂਗਾ ਜੀ, ਸੋਰਸ ਮੈਥਡ ਤੇ ਸੋਸ਼ਲਾਈਜ਼ਡ ਰੈਸੀਏਸ਼ਨ ਮੈਥਡ। ਸੋ ਇਹ ਵਾਲਾ ਜਿਹੜਾ ਤੁਹਾਡਾ ਬਣਦੇ ਆ ਜੀ 3 ਤੁਹਾਡੇ ਕੁਐਸਚਨ ਇੱਥੋਂ ਬਣ ਗਏ ਜੀ ਯੂਨਿਟ ਸੈਕੰਡ ਦੇ ਬੀ ਪਾਰਟ ਦੇ ਵਿੱਚ, ਪ੍ਰੋਜੈਕਟ ਮੈਥਡ, ਸੋਰਸ ਮੈਥਡ ਤੇ ਸੋਸ਼ਲਾਈਜ਼ਡ ਰੈਸੀਏਸ਼ਨ ਮੈਥਡ। ਸੋ ਇਹ 3 ਹੀ ਜਿਹੜੇ ਤੁਹਾਡੇ ਕੁਐਸਚਨ ਆ ਜੀ ਉਹ ਬਣਦੇ ਆ ਜੀ ਯੂਨਿਟ ਸੈਕੰਡ ਦੇ ਬੀ ਪਾਰਟ ਦੇ ਵਿੱਚੋਂ। ਅੱਗੇ ਆ ਜਾਓ ਜੀ, ਯੂਨਿਟ ਸੈਕੰਡ ਦੇ ਸੀ ਪਾਰਟ ਦੇ ਵਿੱਚ ਤੁਹਾਡੇ ਕਿਹੜੇ ਜਿਹੜੇ ਬਣਦੇ ਆ ਜੀ ਪ੍ਰਸ਼ਨ। ਟੈਕਨੀਕਸ ਆਫ ਟੀਚਿੰਗ ਬਣੇਗਾ ਜੀ, ਐਕਸਪਲੇਨੇਸ਼ਨ ਬਣੂਗਾ ਜੀ, ਸੁਪਰਵਾਈਜ਼ਰ ਸਟੱਡੀ ਬਣੂਗਾ ਜੀ, ਜੁਡੀਸ਼ੀਅਲ ਇਨਕੁਆਇਰੀ ਬਣੂਗਾ ਜੀ, ਡਰਾਮਾਟਾਈਜੇਸ਼ਨ ਬਣੂਗਾ ਜੀ, ਬ੍ਰੇਨ ਸਟੋਰਮਿੰਗ ਬਣੂਗਾ ਜੀ, ਫੀਲਡ ਟ੍ਰਿਪ ਬਣੂਗਾ ਜੀ। ਇਹ ਤੁਹਾਡੇ ਯੂਨਿਟ ਸੈਕੰਡ ਦੇ ਸੀ ਪਾਰਟ ਦੇ ਵਿੱਚੋਂ ਜਿਹੜੇ ਪ੍ਰਸ਼ਨ ਆ ਇਹੀ ਬਣਨਗੇ। ਤੇ ਜਿੰਨੇ ਮੈਂ ਤੁਹਾਨੂੰ ਸ਼ਾਰਟ ਕੁਐਸਚਨ ਤੁਹਾਡੇ ਦੱਸ ਰਹੀ ਹਾਂ ਇਹਦੇ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ 4 ਜਿਹੜੇ ਕੁਐਸਚਨ ਹੈ ਉਹ ਆ ਜਾਣੇ ਆ ਤੇ ਤੁਸੀਂ ਉਹਨਾਂ ਦੇ ਆਨਸਰ ਲਿਖਣੇ ਆ, ਮੇਨ ਪੁਆਇੰਟ 2 ਮਾਰਕਸ ਦੇ ਲਈ। ਠੀਕ ਹੈ ਜੀ, ਟੋਟਲ ਤੁਸੀਂ 8 ਮਾਰਕਸ ਯੂਨਿਟ 5th ਦੇ ਵਿੱਚੋਂ ਗੇਨ ਕਰ ਸਕਦੇ ਹੋ ਜੀ। ਯੂਨਿਟ 3rd ਦਾ ਸੀ ਪਾਰਟ ਦੀ ਆਪਾਂ ਗੱਲ ਕੀਤੀ ਹੈ, ਟੈਕਨੀਕਸ ਆਫ ਟੀਚਿੰਗ, ਐਕਸਪਲੇਨੇਸ਼ਨ, ਸੁਪਰਵਾਈਜ਼ਰ ਸਟੱਡੀ, ਜੁਡੀਸ਼ੀਅਲ ਇਨਕੁਆਇਰੀ, ਡਰਾਮਾਟਾਈਜੇਸ਼ਨ, ਬ੍ਰੇਨ ਸਟੋਰਮਿੰਗ ਤੇ ਫੀਲਡ ਟ੍ਰਿਪ। ਠੀਕ ਹੈ, ਅੱਗੇ ਆ ਜਾਓ ਜੀ, ਤੁਹਾਡਾ ਯੂਨਿਟ 3rd ਦੇ ਏ ਪਾਰਟ ਦੇ ਵਿੱਚ ਤੁਹਾਨੂੰ ਕਿਹੜੇ ਪ੍ਰਸ਼ਨ ਪੁੱਛੇ ਜਾ ਸਕਦੇ ਆ ਜੀ। NCF 2005, ਫੀਚਰਸ ਆਫ NCF 2005, ਇਸ਼ੂਜ਼ ਆਫ NCF 2005 ਤੇ ਰਿਕਮੈਂਡੇਸ਼ਨ ਆਫ NCF 2005। ਸੋ ਇਹ ਵਾਲੇ 4 ਜਿਹੜੇ ਪ੍ਰਸ਼ਨ ਆ ਜੀ ਉਹ ਬਣਦੇ ਆ ਜੀ ਤੁਹਾਡੇ ਯੂਨਿਟ 3rd ਦੇ ਏ ਪਾਰਟ ਦੇ ਵਿੱਚੋਂ ਬਣਦੇ ਆ ਜੀ। ਯੂਨਿਟ 3rd ਦੇ ਏ ਪਾਰਟ ਦੇ ਵਿੱਚੋਂ ਇਹ 4 ਪ੍ਰਸ਼ਨ ਬਣਦੇ ਆ ਜੀ NCF 2005। ਠੀਕ ਹੈ, ਫੀਚਰਸ ਆਫ NCF 2005। ਠੀਕ ਹੈ, ਇਸ਼ੂਜ਼ ਆਫ NCF 2005 ਤੇ ਰਿਕਮੈਂਡੇਸ਼ਨ ਆਫ NCF 2005। ਸੋ ਇਹ ਯੂਨਿਟ 3rd ਦੇ ਏ ਪਾਰਟ ਦੇ ਵਿੱਚੋਂ ਜਿਹੜੇ ਪ੍ਰਸ਼ਨ ਆ ਜੀ ਉਹ ਬਣਦੇ ਆ ਜੀ NCF 2005, ਫੀਚਰਸ, ਇਸ਼ੂਜ਼ ਤੇ ਰਿਕਮੈਂਡੇਸ਼ਨ। ਠੀਕ ਹੈ, NCF ਕੀ ਹੈ ਜੀ, ਨੈਸ਼ਨਲ ਕੁਰੀਕਲਮਸ ਫਰੇਮਵਰਕ, ਫੁੱਲ ਵੀ ਲਿਖਿਆ ਆ ਸਕਦਾ, ਮੈਂ NCF ਪਾ ਦਿੱਤਾ ਸ਼ਾਰਟ ਫਾਰਮ ਦੇ ਵਿੱਚ, ਫੁੱਲ ਵੀ ਲਿਖਿਆ ਆ ਸਕਦਾ ਜੀ। ਠੀਕ ਹੈ, ਅੱਗੇ ਆ ਜਾਓ ਜੀ, ਯੂਨਿਟ 3rd ਦਾ ਬੀ ਪਾਰਟ ਦੇ ਵਿੱਚ ਕਿਹੜੇ ਬਣਦੇ ਆ ਜੀ। ਰਿਸੋਰਸ ਫॉर ਲਰਨਿੰਗ। ਠੀਕ ਹੈ, ਇਹ ਆ ਸਕਦਾ 2 ਨੰਬਰ ਲਈ, ਪ੍ਰਾਇਮਰੀ ਰਿਸੋਰਸ ਆ ਸਕਦੇ ਆ 2 ਨੰਬਰ ਲਈ, ਸੈਕੰਡਰੀ ਰਿਸੋਰਸਸ ਆ ਸਕਦੇ ਆ, ਐਡਵਾਂਟੇਜ ਆਫ ਸੋਰਸ ਫॉर ਲਰਨਿੰਗ ਆ ਸਕਦਾ ਜੀ, ਲਿਮਿਟੇਸ਼ਨਸ ਆਫ ਰਿਸੋਰਸ ਫॉर ਲਰਨਿੰਗ ਆ ਸਕਦਾ ਜੀ, ਡੇਲੀਜ਼ ਕੋਨ ਆਫ ਐਕਸਪੀਰੀਅੰਸ ਆ ਸਕਦਾ ਜੀ। ਠੀਕ ਹੈ, ਯੂਨਿਟ 3rd ਦੇ ਬੀ ਪਾਰਟ ਦੇ ਵਿੱਚੋਂ ਇਹ ਵਾਲੇ ਪ੍ਰਸ਼ਨ ਪੁੱਛੇ ਜਾ ਸਕਦੇ ਆ ਜੀ ਤੁਹਾਨੂੰ। ਯੂਨਿਟ 3rd ਦੇ ਬੀ ਪਾਰਟ ਦੇ ਵਿੱਚੋਂ ਰਿਸੋਰਸ ਫॉर ਲਰਨਿੰਗ, ਰਿਸੋਰਸ ਫॉर ਲਰਨਿੰਗ ਆ ਸਕਦਾ 2 ਨੰਬਰ ਦੇ ਲਈ, ਪ੍ਰਾਇਮਰੀ ਰਿਸੋਰਸਸ ਆ ਸਕਦੇ ਆ 2 ਨੰਬਰ ਦੇ ਲਈ, ਸੈਕੰਡਰੀ ਰਿਸੋਰਸ ਆ ਸਕਦੇ ਆ ਜੀ 2 ਨੰਬਰ ਦੇ ਲਈ, ਐਡਵਾਂਟੇਜਸ ਆਫ ਰਿਸੋਰਸ ਫॉर ਲਰਨਿੰਗ ਆ ਸਕਦੀਆਂ ਜੀ, ਲਿਮਿਟੇਸ਼ਨਸ ਆਫ ਰਿਸੋਰਸ ਫॉर ਲਰਨਿੰਗ ਆ ਸਕਦੀਆਂ ਜੀ, ਡੇਲੀਜ਼ ਕੋਨ ਆਫ ਐਕਸਪੀਰੀਅੰਸ ਆ ਸਕਦਾ ਜੀ 2 ਨੰਬਰ ਦੇ ਲਈ। ਇਹ 6 ਪ੍ਰਸ਼ਨ ਹੈ ਜੀ, 6 ਕੁਐਸਚਨ ਹੈ ਜੀ, ਇਹੀ ਤੁਹਾਡੇ ਬਣਦੇ ਆ ਜੀ ਯੂਨਿਟ 3rd ਦੇ ਬੀ ਪਾਰਟ ਦੇ ਵਿੱਚੋਂ। ਆ ਜਾਓ ਅੱਗੇ, ਯੂਨਿਟ 3rd ਦੇ ਸੀ ਪਾਰਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਬਣਦੇ ਆ ਜੀ ਯੂਨਿਟ 3rd ਦੇ ਸੀ ਪਾਰਟ ਦੇ ਵਿੱਚ ਮੈਪ ਦੇ ਬਾਰੇ ਦੇ ਵਿੱਚ ਪੁੱਛਿਆ ਜਾ ਸਕਦਾ ਜੀ, ਚਾਰਟਸ ਦੇ ਬਾਰੇ ਦੇ ਵਿੱਚ ਪੁੱਛਿਆ ਜਾ ਸਕਦਾ, ਗਲੋਬ ਦੇ ਬਾਰੇ ਦੇ ਵਿੱਚ, ਗ੍ਰਾਫਸ ਦੇ ਬਾਰੇ ਦੇ ਵਿੱਚ, ਮਾਡਲ ਦੇ ਬਾਰੇ ਦੇ ਵਿੱਚ, ਵਰਕਿੰਗ ਮਾਡਲ ਦੇ ਬਾਰੇ ਦੇ ਵਿੱਚ ਪੁੱਛਿਆ ਜਾ ਸਕਦਾ, ਸਟੀਲ ਮਾਡਲ ਦੇ ਬਾਰੇ ਦੇ ਵਿੱਚ ਪੁੱਛਿਆ ਜਾ ਸਕਦਾ ਜੀ, ਰੇਲੀਆ ਬਾਰੇ ਪੁੱਛਿਆ ਜਾ ਸਕਦਾ ਜੀ, ਸਪੈਸੀਮੈਨ ਦੇ ਬਾਰੇ ਦੇ ਵਿੱਚ ਪੁੱਛਿਆ ਜਾ ਸਕਦਾ ਜੀ, ਤੇ ਮਲਟੀਮੀਡੀਆ ਐਜ਼ ਟੀਚਿੰਗ ਏਡਸ ਇਨ ਸੋਸ਼ਲ ਸਟੱਡੀ ਟੀਚਿੰਗ ਇਹ ਪੁੱਛਿਆ ਜਾ ਸਕਦਾ ਜੀ। ਇਹ ਵਾਲੇ ਤੁਹਾਡੇ ਜਿਹੜੇ ਸਾਰੇ ਦੇ ਸਾਰੇ ਜਿਹੜੇ ਕੁਐਸਚਨ ਬਣਦੇ ਆ ਜੀ ਸ਼ਾਰਟ, ਇਹ ਬਣਦੇ ਆ ਜੀ ਤੁਹਾਡੇ ਯੂਨਿਟ 3rd ਦੇ ਸੀ ਪਾਰਟ ਦੇ ਵਿੱਚੋਂ। ਠੀਕ ਹੈ, ਇਹਦੇ ਵਿੱਚੋਂ ਹੀ ਜਿਹੜੇ ਤੁਹਾਨੂੰ ਪ੍ਰਸ਼ਨ ਆਉਣਗੇ ਜੀ, ਬਾਹਰੋਂ ਨਹੀਂ ਆਉਂਦਾ, ਜਿੰਨੇ ਵੀ ਮੈਂ ਪ੍ਰਸ਼ਨ ਦੱਸ ਰਹੀ ਇਹਦੇ ਵਿੱਚੋਂ ਹੀ ਆਉਣਗੇ ਤੁਹਾਨੂੰ। ਉਸ ਤੋਂ ਅੱਗੇ ਆ ਜਾਓ ਜੀ, ਤੁਹਾਡਾ ਯੂਨਿਟ 4th ਦਾ ਏ ਪਾਰਟ ਦੇ ਵਿੱਚੋਂ ਕਿਹੜੇ ਪ੍ਰਸ਼ਨ ਬਣਦੇ ਆ ਜੀ। ਯੂਨਿਟ 4th ਦੇ ਪਾਰਟ ਦੇ ਵਿੱਚ ਕਿਹੜੇ ਪ੍ਰਸ਼ਨ ਆ ਜੀ। ICT ਬੇਸਡ ਅਪਰੋਚ, ਠੀਕ ਹੈ, ICT ਬੇਸਡ ਅਪਰੋਚ ਆ ਸਕਦਾ ਤੁਹਾਨੂੰ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ PPT ਆ ਸਕਦੀ ਹੈ, ਤੇ ਈ ਲਰਨਿੰਗ ਆ ਸਕਦੀ ਹੈ। ਠੀਕ ਹੈ ਜੀ, ਯੂਨਿਟ 4th ਦੇ ਏ ਪਾਰਟ ਦੇ ਵਿੱਚੋਂ ਕਿਹੜੇ ਪ੍ਰਸ਼ਨ ਆ ਸਕਦੇ ਆ ਜੀ ਤੁਹਾਨੂੰ। ICT ਬੇਸਡ ਅਪਰੋਚ ਆ ਸਕਦੀ ਹੈ 2 ਨੰਬਰ ਦੇ ਲਈ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ PPT ਆ ਸਕਦੀ ਹੈ ਜੀ 2 ਨੰਬਰ ਦੇ ਲਈ, ਈ ਲਰਨਿੰਗ ਦੇ ਬਾਰੇ ਦੇ ਵਿੱਚ ਆ ਸਕਦਾ ਹੈ 2 ਨੰਬਰ, ਮਤਲਬ ਮੀਨਿੰਗ ਲਿਖਣਾ ਹੋਊਗਾ ਤੁਸੀਂ, ਇੰਪੋਰਟੈਂਟ ਗੱਲਾਂ।
ਉਸ ਤੋਂ ਅੱਗੇ ਜੀ ਯੂਨਿਟ 4th ਦੇ ਬੀ ਪਾਰਟ ਦੇ ਵਿੱਚੋਂ ਕਿਹੜੇ ਪ੍ਰਸ਼ਨ ਬਣਦੇ ਆ ਜੀ। ਕਨਸੈਪਟ ਆਫ ਕੋਆਪਰੇਟਿਵ ਲਰਨਿੰਗ ਅਪਰੋਚ ਬਣਦਾ ਜੀ। ਪ੍ਰੋਸੀਡਰਸ ਆਫ ਕੋਆਪਰੇਟਿਵ ਲਰਨਿੰਗ ਅਪਰੋਚ ਬਣਦਾ ਜੀ। ਐਡਵਾਂਟੇਜਸ ਆਫ ਕੋਆਪਰੇਟਿਵ ਲਰਨਿੰਗ ਅਪਰੋਚ ਬਣਦਾ ਜੀ ਤੇ ਲਿਮਿਟੇਸ਼ਨਸ ਆਫ ਕੋਆਪਰੇਟਿਵ ਲਰਨਿੰਗ ਅਪਰੋਚ ਇਹ ਪ੍ਰਸ਼ਨ ਤੁਹਾਡੇ ਬਣਦੇ ਆ ਜੀ। ਕੋਆਪਰੇਟਿਵ ਲਰਨਿੰਗ ਅਪਰੋਚ ਦਾ ਤੁਹਾਡਾ ਕਨਸੈਪਟ ਬਣਦਾ ਜੀ, ਪ੍ਰੋਸੀਡਰ ਬਣਦਾ ਜੀ, ਐਡਵਾਂਟੇਜ ਬਣਦੀਆਂ ਤੇ ਲਿਮਿਟੇਸ਼ਨਸ ਬਣਦੀਆਂ ਜੀ। ਠੀਕ ਹੈ, ਕਨਸੈਪਟ ਠੀਕ ਆ। ਕੋਆਪਰੇਟਿਵ ਲਰਨਿੰਗ ਅਪਰੋਚ ਦਾ ਜਿਹੜਾ ਤੁਹਾਡਾ ਬਣਦਾ ਜੀ ਕਨਸੈਪਟ ਪੁੱਛਿਆ ਜਾ ਸਕਦਾ ਜੀ, ਪ੍ਰੋਸੀਡਰਸ ਪੁੱਛਿਆ ਜਾ ਸਕਦਾ ਜੀ, ਐਡਵਾਂਟੇਜਸ ਪੁੱਛੀਆਂ ਜਾ ਸਕਦੀਆਂ ਜੀ ਤੇ ਲਿਮਿਟੇਸ਼ਨਸ ਜਿਹੜੀਆਂ ਉਹ ਪੁੱਛੇ ਜਾ ਸਕਦੇ ਆ ਜੀ। ਠੀਕ ਆ, ਕੋਆਪਰੇਟਿਵ ਲਰਨਿੰਗ ਅਪਰੋਚ ਦੇ ਕਨਸੈਪਟ, ਪ੍ਰੋਸੀਡਰਸ, ਐਡਵਾਂਟੇਜ ਤੇ ਲਿਮਿਟੇਸ਼ਨਸ ਆ ਜਾਓਗੇ ਜੀ। ਯੂਨਿਟ 4th ਦੇ ਸੀ ਪਾਰਟ ਦੇ ਵਿੱਚੋਂ ਜਿਹੜੇ ਤੁਹਾਡੇ ਪ੍ਰਸ਼ਨ ਬਣਦੇ ਆ ਜੀ, ਸ਼ਾਰਟ ਕੁਐਸਚਨ ਬਣਦੇ ਆ ਜੀ, ਉਹਨਾਂ ਦੀ ਆਪਾਂ ਗੱਲ ਕਰਦੇ ਆ ਜੀ। ਮੀਨਿੰਗ ਆਫ ਕੰਸਟਰਕਟਿਵਿਸਟ ਅਪਰੋਚ ਬਣਦਾ ਜੀ ਤੁਹਾਡਾ। ਕਰੈਕਟਰਿਸਟਿਕਸ ਬਣਦੀਆਂ ਜੀ ਤੁਹਾਡੀਆਂ ਕੰਸਟਰਕਟਿਵਿਸਟ ਅਪਰੋਚ ਦੀਆਂ ਜੀ। ਸਟਰੈਂਥ ਬਣਦੀਆਂ ਜੀ ਤੁਹਾਡੀਆਂ। ਠੀਕ ਹੈ, ਲਿਮਿਟੇਸ਼ਨਸ ਬਣਦੀਆਂ ਜੀ। ਇਹ ਸ਼ਾਰਟ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਆ ਜੀ। ਲਿਮਿਟੇਸ਼ਨਸ ਆਫ ਕੰਸਟਰਕਟਿਵਿਸਟ ਅਪਰੋਚ, ਸਟਰੈਂਥਸ ਆਫ ਕੰਸਟਰਕਟਿਵਿਸਟ ਅਪਰੋਚ, ਕਰੈਕਟਰਿਸਟਿਕਸ ਤੇ ਮੀਨਿੰਗ। ਠੀਕ ਹੈ, ਇਹ 4 ਪ੍ਰਸ਼ਨ ਬਣਦੇ ਆ ਜੀ ਤੁਹਾਡੇ ਯੂਨਿਟ 4th ਦੇ ਸੀ ਪਾਰਟ ਦੇ ਵਿੱਚੋਂ। ਸੋ ਇਹ ਸੀਗੇ ਜੀ ਤੁਹਾਡੇ ਪੈਂਡਾਗੋਜੀ ਆਫ ਸੋਸ਼ਲ ਸਟੱਡੀ ਦੇ ਸ਼ਾਰਟ ਜੋ ਕੁਐਸਚਨ ਬਣਨਗੇ ਜੀ ਉਹ। ਤੇ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਜਿਹੜੇ 4 ਪ੍ਰਸ਼ਨਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ 4 ਪ੍ਰਸ਼ਨ ਹੈ ਜੀ ਜਿਹੜੇ ਤੁਹਾਨੂੰ ਇਹਦੇ ਵਿੱਚੋਂ ਹੀ ਆ ਜਾਣੇ ਆ। ਇੱਕ ਪ੍ਰਸ਼ਨ 2 ਮਾਰਕਸ ਦਾ ਤੇ ਦੋਨੋਂ ਜਿਹੜੇ 8 ਮਾਰਕਸ ਦੇ ਹੋ ਜਾਣਗੇ ਜੀ। ਚਾਰੇ ਦੇ ਚਾਰੇ 2 ਮਾਰਕਸ ਦਾ ਤੇ 8 ਮਾਰਕਸ ਤੁਸੀਂ ਯੂਨਿਟ, ਜੇਕਰ ਮੈਂ ਗੱਲ ਕਰਾਂ ਦੀ ਯੂਨਿਟ 5th ਦੇ ਵਿੱਚੋਂ ਤੁਸੀਂ ਜਿਹੜੇ ਆ ਯੂਨਿਟ 5th ਹੁੰਦਾ ਜਿਹਦੇ ਵਿੱਚ ਤੁਹਾਡੇ ਸ਼ਾਰਟ ਕੁਐਸਚਨ ਹੁੰਦੇ ਆ ਜੀ 4 ਤੇ 8 ਨੰਬਰ ਤੁਸੀਂ ਜਿਹੜੇ ਗੇਨ ਕਰ ਸਕਦੇ ਹੋ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਥੈਂਕਸ ਫॉर ਵਾਚਿੰਗ।